Kanchan Outlook। श्लोक। देनहार प्रभ छोड़ कै लागै आन सुआए, नानक कहू न सीजई बिन नावै पत जाए। ਮਨੁੱਖ ਦਾਤਾਂ ਦੇਣ ਵਾਲੇ ਪ੍ਰਭੂ ਨੂੰ ਛੱਡ ਕੇ ਹੋਰਨਾਂ ਸਵਾਦਾਂ ਦੇ ਵਿੱਚ ਲੱਗਾ ਰਹਿੰਦਾ ਹੈ। ਪਰ ਹੇ ਨਾਨਕ, ਅਜਿਹਾ ਮਨੁੱਖ ਆਪਣੀ ਜੀਵਨ ਯਾਤਰਾ ਦੇ ਵਿੱਚ, ਆਪਣੇ ਜਨਮ ਦੇ ਵਿੱਚ, ਜਨਮ ਮਨੋਰਥ ਦੇ ਵਿੱਚ ਸਫਲ ਨਹੀਂ ਹੋ ਸਕਦਾ, ਕਿਉਂਕਿ ਨਾਮ ਤੋਂ ਬਿਨਾਂ ਇੱਜ਼ਤ ਚਲੀ ਜਾਂਦੀ ਹੈ। ਜੇਕਰ ਪਰਮਾਤਮਾ ਦਾ ਨਾਮ ਸਾਡੇ ਮਨਾਂ ਦੇ ਵਿੱਚ ਨਹੀਂ ਵਸਿਆ ਹੋਇਆ ਤਾਂ ਅਸੀਂ ਇਸ ਜਗਤ ਦੇ ਵਿੱਚ ਇੱਜ਼ਤ ਨਹੀਂ ਖੱਟ ਸਕਦੇ। ਅਸ਼ਟਪਦੀ। 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਮਨੁੱਖ ਇੰਨਾ ਅਹਿਸਾਨ ਫਰਾਮੋਸ਼ ਹੈ ਕਿ ਉਸ ਪਰਮਾਤਮਾ ਦੇ ਪਾਸੋਂ 10 ਚੀਜ਼ਾਂ ਲੈ ਕੇ ਸਾਂਭ ਲੈਂਦਾ ਹੈ ਤੇ ਇੱਕ ਵਸਤੂ ਜਿਹੜੀ ਨਹੀਂ ਮਿਲਦੀ ਉਸ ਦਾ ਉਸ ਪਰਮਾਤਮਾ ਦੇ ਨਾਲ ਗਿਲਾ ਸ਼ਿਕਵਾ ਕਰਦਾ ਹੈ। ਉਹਦੇ ਕਾਰਨ ਇਤਬਾਰ ਗਵਾ ਲੈਂਦਾ ਹੈ। ਵਿਖੋਟ ਤੋਂ ਭਾਵ ਇਤਬਾਰ। ਏਕ ਭੀ ਨਾ ਦੇ 10 ਭੀ ਹਿਰਲੇ, ਤੋ ਮੂੜਾ ਕਹੋ ਕਹਾਂ ਕਰੇ। ਕਹਿੰਦੇ ਜੇ ਉਹ ਪ੍ਰਮਾਤਮਾ ਸਾਨੂੰ ਇੱਕ ਚੀਜ਼ ਵੀ ਨਾ ਦੇਵੇ ਤੇ ਜਿਹੜੀਆਂ 10 ਦਿੱਤੀਆਂ ਹੋਈਆਂ ਨੇ ਉਹ ਵੀ ਖੋਹ ਲਵੇ ਤਾਂ ਇਹ ਮੂਰਖ ਕੀ ਕਰ ਸਕਦਾ ਹੈ? ਸਾਡੀ ਮਜਾਲ ਕੀ ਹੈ? ਉਸ ਪ੍ਰਮਾਤਮਾ ਦੇ ਅੱਗੇ ਸਾਡੀ ਹਸਤੀ ਕੀ ਹੈ? ਅਸੀਂ ਕਰ ਹੀ ਕੀ ਸਕਦੇ ਹਾਂ? ਜਿਸ ਠਾਕੁਰ ਸਿਓ ਨਾਹੀ ਚਾਰਾ, ਤਾ ਕਉ ਕੀਜੈ ਸਦ ਨਮਸਕਾਰਾ। ਇਸ ਕਰਕੇ ਜਿਹੜੇ ਪ੍ਰਮਾਤਮਾ ਦੇ ਅੱਗੇ ਸਾਡੀ ਕੋਈ ਪੇਸ਼ ਨਹੀਂ ਜਾ ਸਕਦੀ, ਜਿਸ ਮਾਲਕ ਦੇ ਅੱਗੇ ਸਾਡੀ ਪੇਸ਼ ਨਹੀਂ ਜਾ ਸਕਦੀ, ਉਸ ਦੇ ਅੱਗੇ ਸਦਾ ਆਪਣਾ ਸਿਰ ਨਿਵਾਉਣਾ ਚਾਹੀਦਾ ਹੈ। ਸਦਾ ਹੀ ਉਸ ਪ੍ਰਮਾਤਮਾ ਨੂੰ ਨਮਸਕਾਰ ਕਰਨੀ ਚਾਹੀਦੀ ਹੈ। ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੂਖ ਤਾਹੂ ਮਨ ਬੂਠਾ। ਜਿਸ ਮਨੁੱਖ ਦੇ ਮਨ ਦੇ ਵਿੱਚ ਉਹ ਪ੍ਰਮਾਤਮਾ ਮਿੱਠਾ ਲੱਗਣ ਲੱਗਦਾ ਹੈ, ਪਿਆਰਾ ਲੱਗਣ ਲੱਗਦਾ ਹੈ, ਉਹਦੇ ਮਨ ਦੇ ਵਿੱਚ ਸਾਰੇ ਹੀ ਸੁੱਖ ਆ ਵਸਦੇ ਹਨ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਜਿਸ ਮਨੁੱਖ ਤੋਂ ਪ੍ਰਮਾਤਮਾ ਨੇ ਆਪਣਾ ਹੁਕਮ ਮਨਾ ਲਿਆ, ਹੇ ਨਾਨਕ ਸਮਝ ਲਓ ਕਿ ਦੁਨੀਆ ਦੇ ਸਾਰੇ ਹੀ ਪਦਾਰਥ ਉਸ ਮਨੁੱਖ ਨੇ ਲੱਭ ਲਏ। ਅਗਨਤ ਸ਼ਾਹ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ। ਪ੍ਰਮਾਤਮਾ ਸ਼ਾਹੂਕਾਰ ਹੈ, ਸ਼ਾਹ ਹੈ। ਉਹ ਆਪਣੀ ਅਣਗਿਣਤ ਪਦਾਰਥਾਂ ਦੀ ਪੂੰਜੀ ਜੀਵ ਰੂਪੀ ਵਣਜਾਰੇ ਨੂੰ ਦਿੰਦਾ ਹੈ ਤੇ ਜੀਵ ਖਾਂਦਾ ਪੀਂਦਾ ਚਾਉ ਅਤੇ ਖੁਸ਼ੀ ਦੇ ਨਾਲ ਇਹਨਾਂ ਪਦਾਰਥਾਂ ਨੂੰ ਵਰਤਦਾ ਹੈ। ਆਪਣੀ ਅਮਾਨ ਕਛ ਬਹੁਰ ਸ਼ਾਹ ਲੇ। ਕਿਉਂਕਿ ਇਹ ਸਾਰੇ ਪਦਾਰਥ ਉਸ ਪਰਮਾਤਮਾ ਨੇ ਸਾਨੂੰ ਬਖਸ਼ੇ ਨੇ ਤੇ ਸਿਰਫ ਪਦਾਰਥ ਹੀ ਨਹੀਂ, ਸਾਡੇ ਆਸ-ਪਾਸ ਦੇ ਸਕੇ ਸੰਬੰਧੀ, ਸਾਡੇ ਭਾਈ ਮਿੱਤਰ ਵੀ ਉਸ ਪਰਮਾਤਮਾ ਨੇ ਹੀ ਬਖਸ਼ੇ ਨੇ। ਇਹ ਸਭ ਉਸ ਪਰਮਾਤਮਾ ਦੀਆਂ ਅਮਾਨਤਾਂ ਨੇ ਜੋ ਸਾਡੇ ਕੋਲ ਨੇ, ਸਾਨੂੰ ਵਰਤਣ ਦੇ ਲਈ ਉਹਨਾਂ ਨੇ ਦਿੱਤੀਆਂ ਹੋਈਆਂ ਨੇ। ਅਜਿਹੇ 'ਚ ਆਪਣੀ ਅਮਾਨ ਕਛ ਬਹੁਰ ਸ਼ਾਹ ਲੇ। ਜੇਕਰ ਉਹ ਪ੍ਰਮਾਤਮਾ ਆਪਣੀ ਕੋਈ ਅਮਾਨਤ ਵਾਪਸ ਲੈ ਲਵੇ ਤਾਂ ਅਗਿਆਨੀ ਮਨ ਰੋਸ ਕਰੇ। ਤਾਂ ਇਹ ਅਗਿਆਨੀ ਮਨੁੱਖ ਮਨ ਦੇ ਵਿੱਚ ਇਸ ਗੱਲ ਦਾ ਰੋਸ ਕਰਦਾ ਹੈ ਤੇ ਇਸ ਤਰ੍ਹਾਂ ਕਰਕੇ ਆਪਣੀ ਪ੍ਰਤੀਤ ਆਪ ਹੀ ਖੋਵੈ, ਆਪਣਾ ਇਤਬਾਰ ਆਪ ਹੀ ਗਵਾ ਲੈਂਦਾ ਹੈ। ਬਹੁਰ ਉਸਕਾ ਵਿਸ਼ਵਾਸ ਨਾ ਹੋਵੈ। ਜਦੋਂ ਇੱਕ ਵਾਰ ਇਤਬਾਰ ਖੁੱਸ ਜਾਏ ਤਾਂ ਮੁੜ ਉਸਦਾ ਵਿਸਾਹ ਨਹੀਂ ਕੀਤਾ ਜਾਂਦਾ। ਜਿਸ ਕੀ ਵਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਜਦੋਂ ਉਹ ਪ੍ਰਮਾਤਮਾ ਸਾਡੇ ਤੋਂ ਆਪਣੀ ਕੋਈ ਅਮਾਨਤ ਲੈ ਲੈਂਦਾ ਹੈ, ਇਸ ਗੱਲ ਦਾ ਰੋਸ ਕਰਨ ਦੀ ਬਜਾਏ ਜੇਕਰ ਅਸੀਂ ਜਿਸ ਪ੍ਰਮਾਤਮਾ ਦੀ ਬਖਸ਼ੀ ਹੋਈ ਉਹ ਚੀਜ਼ ਹੈ ਖੁਸ਼ੀ ਦੇ ਨਾਲ ਉਸ ਦੇ ਅੱਗੇ ਰੱਖ ਦਈਏ। ਕੋਈ ਚੀਜ਼ ਖੁੱਸਣ ਵੇਲੇ ਉਸ ਪ੍ਰਮਾਤਮਾ ਦੀ ਆਗਿਆ ਨੂੰ, ਉਹਦੇ ਹੁਕਮ ਨੂੰ ਖਿੜੇ ਮੱਥੇ ਮੰਨ ਲਈਏ, ਉਸ ਤੇ ਚੌਗਣ ਕਰੈ ਨਿਹਾਲ, ਤਾਂ ਪ੍ਰਮਾਤਮਾ ਅੱਗਿਓਂ ਚੌਗਣਾ ਸਾਨੂੰ ਨਿਹਾਲ ਕਰਦਾ ਹੈ।
ਨਾਨਕ ਸਾਹਿਬ ਸਦਾ ਦਿਆਲ ਹੈ। ਨਾਨਕ ਉਹ ਮਾਲਕ ਸਦਾ ਹੀ ਦਇਆਲੂ ਹੈ, ਸਦਾ ਹੀ ਮਿਹਰ ਕਰਨ ਵਾਲਾ ਹੈ। ਅਨਕ ਭਾਂਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤ। ਮਾਇਆ ਦੇ ਪਿਆਰ ਕਈ ਕਿਸਮਾਂ ਦੇ ਹਨ, ਭਾਵ ਕਿ ਮਾਇਆ ਦੇ ਅਨੇਕਾਂ ਹੀ ਸੋਹਣੇ ਰੂਪ ਨੇ ਜਿਹੜੇ ਮਨੁੱਖ ਦੇ ਮਨ ਨੂੰ ਚੰਗੇ ਲੱਗ ਜਾਂਦੇ ਨੇ। ਪਰ ਗੁਰੂ ਜੀ ਕਹਿੰਦੇ ਸਰ ਪਰ ਹੋਵਤ ਜਾਨ ਅਨੇਤ, ਪਰ ਇਹਨਾਂ ਨੂੰ ਜ਼ਰੂਰ ਅੰਤ ਨੂੰ ਨਾਸ਼ਵੰਤ ਸਮਝੋ। ਬੇਸ਼ੱਕ ਅੱਜ ਮਾਇਆ ਦੇ ਇਹ ਰੂਪ ਸਾਡੇ ਮਨ ਨੂੰ ਜਿੰਨੇ ਵੀ ਚੰਗੇ ਲੱਗਦੇ ਹੋਣ, ਪਰ ਰਹਿਣਗੇ ਇਹ ਨਾਸ਼ਵੰਤ ਹੀ, ਇਹਨਾਂ ਨੇ ਸਦਾ ਨਹੀਂ ਰਹਿਣਾ। ਬਿਰਖ ਕੀ ਛਾਇਆ ਸਿਉ ਰੰਗ ਲਾਵੈ। ਜੇਕਰ ਕੋਈ ਮਨੁੱਖ ਰੁੱਖ ਦੀ ਛਾਂ ਦੇ ਨਾਲ ਪਿਆਰ ਪਾ ਬੈਠੇ ਤਾਂ ਉਹਦਾ ਸਿੱਟਾ ਕੀ ਨਿਕਲੇਗਾ? ਉਹ ਬਿਨਸੈ, ਉਹ ਮਨ ਪਛਤਾਵੈ। ਉਹ ਛਾਂ ਨੇ ਤੇ ਬਿਨਸ ਜਾਣਾ ਹੈ, ਹਾਲਾਂਕਿ ਅਗਲੇ ਦਿਨ ਫਿਰ ਆ ਜਾਏਗੀ, ਪਰ ਇੱਕ ਵਾਰ ਤੇ ਜ਼ਰੂਰ ਜਾਏਗੀ, ਤੇ ਜਦੋਂ ਜਾਏਗੀ ਤਾਂ ਤੁਹਾਡੇ ਮਨ ਨੂੰ ਪਛਤਾਵਾ ਹੋਏਗਾ। ਇਸ ਕਰਕੇ ਭਾਈ ਇਸ ਗੱਲ ਨੂੰ ਸਮਝੋ ਕਿ ਜੋ ਦੀਸੈ ਸੋ ਚਾਲਨਹਾਰ। ਰੁੱਖ ਦੀ ਛਾਂ ਵਾਂਗ ਹੀ ਬਾਕੀ ਦੇ ਸਾਰੇ ਪਦਾਰਥ ਨੇ ਜੋ ਸਾਨੂੰ ਆਪਣੀਆਂ ਅੱਖਾਂ ਦੇ ਨਾਲ ਦਿਸਦੇ ਨੇ, ਉਹ ਸਾਰੇ ਹੀ ਚਾਲਣਹਾਰ ਨੇ, ਨਾਸ਼ਵੰਤ ਨੇ। ਪਰ ਫਿਰ ਵੀ ਅਸੀਂ ਅੰਨਿਆਂ ਦੇ ਵਾਂਗ ਲਪਟ ਰਹੇ ਹੋ ਤਹਿ ਅੰਧ ਅੰਧਾਰ। ਇਹਨਾਂ ਪਦਾਰਥਾਂ ਦੇ ਨਾਲ ਲਿਪਟੇ ਰਹਿੰਦੇ ਹਾਂ, ਇਹਨਾਂ ਨੂੰ ਜੱਫਾ ਪਾਈ ਰੱਖਦੇ ਹਾਂ। ਬਟਾਊ ਸਿਓ ਜੋ ਲਾਵੈ ਨੇ। ਨੇ ਤੋਂ ਭਾਵ ਸਨੇਹ, ਪਿਆਰ, ਅਤੇ ਬਟਾਊ ਤੋਂ ਭਾਵ ਰਾਹੀ, ਕਿ ਜੇਕਰ ਕੋਈ ਮੁਸਾਫਿਰ ਦੇ ਨਾਲ ਪ੍ਰੇਮ ਪਾ ਲਵੇ ਤਾਂ ਕੋ ਹਾਥ ਨਾ ਆਵੈ ਕੇ, ਉਹਦੇ ਹੱਥ ਪੱਲੇ ਕੁਝ ਵੀ ਨਹੀਂ ਪੈਂਦਾ, ਕਿਉਂਕਿ ਮੁਸਾਫਿਰ ਹੈ, ਅੱਜ ਇੱਥੇ ਹੈ, ਕੱਲ ਕਿਤੇ ਹੋਰ ਚਲਾ ਜਾਏਗਾ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲਏ ਲਾਈ। ਹੇ ਮੇਰੇ ਮਨ, ਉਸ ਪ੍ਰਮਾਤਮਾ ਦੇ ਨਾਮ ਦਾ ਪਿਆਰ ਹੀ ਹੈ ਜੋ ਸੁਖ ਦੇਣ ਵਾਲਾ ਹੈ, ਜੋ ਸਦਾ ਸਥਾਈ ਹੈ, ਸਦਾ ਅਟੱਲ ਹੈ। ਪਰ ਹੇ ਨਾਨਕ, ਇਸ ਪ੍ਰੇਮ ਦੇ ਵਿੱਚ ਉਹ ਪ੍ਰਮਾਤਮਾ ਖੁਦ ਹੀ ਮਨੁੱਖ ਨੂੰ ਲਾਵੇ ਤਾਂ ਹੀ ਮਨੁੱਖ ਲੱਗਦਾ ਹੈ, ਆਪਣੇ ਆਪ ਨਹੀਂ ਲੱਗ ਸਕਦਾ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ। ਇਹ ਜੋ ਪਦੀ ਹੈ ਪੂਰੀ, ਉਸ ਪਦੀ ਦੀਆਂ ਇਹ ਦੋ ਪੰਕਤੀਆਂ ਆਪਾਂ ਪੜ੍ਹੀਆਂ ਹਨ, ਪਰ ਇਹ ਜੋ ਪੂਰੀ ਪਦੀ ਹੈ, ਇਸ ਦੇ ਵਿੱਚ ਨਾਸ਼ਵੰਤਤਾ ਦੀ ਗੱਲ ਕੀਤੀ ਗਈ ਹੈ ਕਿ ਮਿਥਿਆ ਤਨ ਧਨ ਕੁਟੰਬ ਸਬਾਇਆ। ਸਾਡਾ ਸਰੀਰ, ਸਾਡਾ ਧਨ, ਸਾਡਾ ਪਰਿਵਾਰ। ਮਿਥਿਆ ਹਉਮੈ ਮਮਤਾ ਮਾਇਆ। ਜੋ ਅਸੀਂ ਹਉਮੈ ਕਰਦੇ ਹਾਂ, ਆਪਣੀ ਮਲਕੀਅਤ ਦਾ ਮਾਣ ਕਰਦੇ ਹਾਂ, ਇਹ ਸਭ ਕੁਝ ਮਿਥਿਆ ਹੈ, ਭਾਵ ਕਿ ਨਾਸ਼ਵੰਤ ਹੈ, ਝੂਠਾ ਹੈ। ਨਾ ਸਾਡਾ ਤਨ ਰਹਿਣਾ ਹੈ ਸਦਾ ਕਾਇਮ, ਨਾ ਧਨ ਰਹਿਣਾ ਹੈ, ਨਾ ਪਰਿਵਾਰ, ਨਾ ਹੀ ਸਾਡੀ ਹਉਮੈ ਸਦਾ ਰਹਿ ਸਕਦੀ ਹੈ। ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਸਾਡਾ ਰਾਜ, ਸਾਡੀ ਜਵਾਨੀ, ਸਾਡਾ ਧਨ ਮਾਲ, ਤੇ ਇਹਨਾਂ ਦੇ ਕਰਕੇ ਜੋ ਸਾਡੇ ਅੰਦਰ ਕਾਮ ਦੀ ਲਹਿਰ ਤੇ ਭਿਆਨਕ ਕ੍ਰੋਧ ਪੈਦਾ ਹੁੰਦੇ ਨੇ, ਇਹ ਸਾਰੇ ਵੀ ਵਿਅਰਥ ਨੇ, ਨਾਸ਼ਵੰਤ ਨੇ। ਮਿਥਿਆ ਰਥ ਹਸਤੀ ਅਸ਼ਭ ਵਸਤਰਾ, ਮਿਥਿਆ ਰੰਗ ਸੰਗ ਮਾਇਆ ਵੇਖ ਹਸਤਾ। ਜਿਹੜੇ ਰਥ, ਹਾਥੀ ਤੇ ਸੁੰਦਰ ਕੱਪੜਿਆਂ ਦੇ ਅਸੀਂ ਮਾਲਕ ਹਾਂ, ਜਿਹੜੀ ਇਸ ਮਾਇਆ ਨੂੰ ਵੇਖ ਕੇ, ਪਿਆਰ ਦੇ ਨਾਲ ਵੇਖ ਕੇ ਅਸੀਂ ਹੱਸਦੇ ਹਾਂ, ਇਹ ਮਾਇਆ ਵੀ ਵਿਅਰਥ ਹੈ ਤੇ ਸਾਡਾ ਹਾਸਾ ਵੀ ਵਿਅਰਥ ਹੈ। ਇਹ ਦੋਨੋਂ ਹੀ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ। ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉੱਪਰ ਕਰਤ ਗੁਮਾਨ। ਜੋ ਅਸੀਂ ਕਿਸੇ ਦੇ ਨਾਲ ਦਗਾ ਕਮਾਉਂਦੇ ਹਾਂ, ਜੋ ਵਸਤਾਂ ਦੇ ਨਾਲ ਅਸੀਂ ਮੋਹ ਪਾਈ ਬੈਠੇ ਹਾਂ, ਜੋ ਹੰਕਾਰ ਅਸੀਂ ਕਰੀ ਬੈਠੇ ਹਾਂ, ਆਪਣੇ ਤੇ ਮਾਣ ਕਰੀ ਬੈਠੇ ਹਾਂ, ਇਹ ਸਭ ਵੀ ਝੂਠਾ ਹੈ, ਇਹਨੇ ਵੀ ਸਾਡੇ ਕੰਮ ਨਹੀਂ ਆਉਣਾ। ਅਸਥਿਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਜੇ ਕੁਝ ਸਦਾ ਕਾਇਮ ਰਹਿਣ ਵਾਲਾ ਹੈ
ਤਾਂ ਉਹ ਹੈ ਗੁਰੂ ਦੀ ਸ਼ਰਨ ਵਿੱਚ ਪੈ ਕੇ ਕੀਤੀ ਹੋਈ ਉਸ ਪਰਮਾਤਮਾ ਦੀ ਭਗਤੀ। ਇਸ ਕਰਕੇ ਹੇ ਨਾਨਕ, ਪਰਮਾਤਮਾ ਦੇ ਚਰਨ ਹੀ ਸਦਾ ਜਪ ਕੇ ਮਨੁੱਖ ਅਸਲੀ ਜੀਵਨ ਜਿਉਂਦਾ ਹੈ, ਬਾਕੀ ਸਭ ਕੁਝ ਤੇ ਝੂਠ ਹੈ। ਮਿਥਿਆ ਸ਼ਰਵਨ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋ ਹਿਰੈ। ਇਹ ਜੋ ਪੂਰੀ ਪਦੀ ਹੈ, ਇਹਦੇ ਵਿੱਚ ਸਾਡੇ ਸਰੀਰ ਦੇ ਵੱਖ-ਵੱਖ ਅੰਗਾਂ ਦੀ ਗੱਲ ਕੀਤੀ ਗਈ ਹੈ ਤੇ ਦੱਸਿਆ ਗਿਆ ਹੈ ਕਿ ਜੇਕਰ ਅਸੀਂ ਉਹਨਾਂ ਅੰਗਾਂ ਦੇ ਅਸਲੀ ਮਨੋਰਥ ਨੂੰ ਨਹੀਂ ਪਛਾਣਦੇ ਤਾਂ ਉਹ ਅੰਗ ਵਿਅਰਥ ਹਨ। ਸੋ ਇਹ ਪਹਿਲੀਆਂ ਜੋ 2 ਪੰਕਤੀਆਂ ਹਨ, ਇਹਨਾਂ ਦੇ ਵਿੱਚ ਕੰਨਾਂ ਅਤੇ ਹੱਥਾਂ ਦੀ ਗੱਲ ਹੋ ਰਹੀ ਹੈ। ਗੁਰੂ ਜੀ ਕਹਿੰਦੇ ਕਿ ਮਿਥਿਆ ਸ਼ਰਵਨ, ਸ਼ਰਵਨ ਤੋਂ ਭਾਵ ਕੰਨ, ਪਰ ਨਿੰਦਾ ਸੁਣੈ। ਜਿਹੜੇ ਕੰਨ ਪਰਾਈ ਨਿੰਦਿਆ ਸੁਣਦੇ ਨੇ ਉਹ ਵਿਅਰਥ ਨੇ। ਮਿਥਿਆ ਹਸਤ ਪਰ ਦਰਬ ਕੋ ਹਿਰਹਿ। ਦਰਬ ਤੋਂ ਭਾਵ ਧਨ, ਹਿਰਹਿ ਤੋਂ ਭਾਵ ਚੁਰਾਉਣਾ। ਜਿਹੜੇ ਹੱਥ ਪਰਾਏ ਧਨ ਨੂੰ ਚੁਰਾਉਂਦੇ ਨੇ ਉਹ ਵੀ ਵਿਅਰਥ ਨੇ। ਮਿਥਿਆ ਨੇਤਰ ਪੇਖਤ ਪਰ ਤ੍ਰੇ ਰੂਪਾਤ। ਤ੍ਰੇ ਤੋਂ ਭਾਵ ਇਸਤਰੀ ਦਾ। ਉਹ ਅੱਖਾਂ ਵਿਅਰਥ ਹਨ ਜੋ ਪਰਾਈ ਇਸਤਰੀ ਦਾ ਰੂਪ ਤੱਕਦੀਆਂ ਹਨ। ਮਿਥਿਆ ਰਸਨਾ ਭੋਜਨ ਅਨਸਵਾਦ। ਉਹ ਜੀਵ ਵਿਅਰਥ ਹੈ ਜਿਹੜੀ ਸਵਾਦਲੇ ਤੋਂ ਸਵਾਦਲੇ ਭੋਜਨਾਂ ਦੇ ਸਵਾਦ ਦੇ ਵਿੱਚ ਲੱਗੀ ਹੋਈ ਹੈ। ਮਿਥਿਆ ਚਰਨ ਪਰ ਵਿਕਾਰ ਕੋ ਧਾਵੈ। ਜਿਹੜੇ ਪੈਰ ਦੂਜਿਆਂ ਦਾ ਨੁਕਸਾਨ ਕਰਨ ਵਾਸਤੇ ਦੌੜ ਭੱਜ ਕਰ ਰਹੇ ਨੇ ਉਹ ਪੈਰ ਵਿਅਰਥ ਨੇ। ਮਿਥਿਆ ਮਨ ਪਰ ਲੋਭ ਲੁਭਾਵੈ। ਜਿਹੜੇ ਮਨ ਦੇ ਵਿੱਚ ਲੋਭ ਹੈ ਉਹ ਮਨ ਵਿਅਰਥ ਹੈ। ਮਿਥਿਆ ਤਨ ਨਹੀਂ ਪਰ ਉਪਕਾਰਾ। ਜਿਹੜਾ ਸਰੀਰ ਪਰ ਉਪਕਾਰ ਨਹੀਂ ਕਰਦਾ, ਦੂਜਿਆਂ ਦੀ ਭਲਾਈ ਨਹੀਂ ਕਰਦਾ, ਉਹ ਸਰੀਰ ਵਿਅਰਥ ਹੈ। ਮਿਥਿਆ ਬਾਸ ਲੇਤ ਵਿਕਾਰਾ। ਜਿਹੜਾ ਨੱਕ ਵਿਕਾਰਾਂ ਦੀ ਵਾਸ਼ਨਾ ਲੈ ਰਿਹਾ ਹੈ ਉਹ ਨੱਕ ਵਿਅਰਥ ਹੈ। ਤੇ ਇਹਨਾਂ ਸਾਰੀਆਂ ਪੰਕਤੀਆਂ ਦਾ ਸਾਰ ਕਰਦੇ ਹੋਏ ਗੁਰੂ ਜੀ ਲਿਖਦੇ ਹਨ, ਬਿਨ ਬੂਝੇ ਮਿਥਿਆ ਸਭ ਭਏ। ਕਿ ਜਦੋਂ ਤੱਕ ਅਸੀਂ ਇਹਨਾਂ ਅੰਗਾਂ ਦੇ ਅਸਲੀ ਮਨੋਰਥ ਨਹੀਂ ਸਮਝਦੇ ਉਦੋਂ ਤੱਕ ਇਹ ਸਾਰੇ ਵਿਅਰਥ ਹੀ ਸਮਝੋ। ਸਫਲ ਦੇ ਨਾਨਕ ਹਰ ਹਰ ਨਾਮ ਲਏ। ਹੇ ਨਾਨਕ, ਉਹ ਸਰੀਰ ਸਫਲ ਹੈ ਜੋ ਪ੍ਰਭੂ ਦਾ ਨਾਮ ਜਪਦਾ ਹੈ। ਹੁਣ ਦੇਖੋ, ਸਰੀਰ ਦੇ ਇਹ ਸਾਰੇ ਹੀ ਅੰਗ ਸਾਨੂੰ ਵੱਖ-ਵੱਖ ਕਾਰਜਾਂ ਦੇ ਲਈ ਮਿਲੇ ਹਨ। ਕੰਨ ਸਾਨੂੰ ਸੁਣਨ ਦੇ ਲਈ ਮਿਲੇ ਨੇ ਤਾਂ ਕਿ ਅਸੀਂ ਗੱਲਬਾਤ ਕਰ ਸਕੀਏ, ਕੋਈ ਜਾਣਕਾਰੀ ਸੁਣ ਕੇ ਗ੍ਰਹਿਣ ਕਰ ਸਕੀਏ। ਹੱਥ ਮਿਲੇ ਹਨ ਤਾਂ ਕਿ ਅਸੀਂ ਆਪਣੇ ਸਰੀਰ ਦੀ ਸਾਂਭ ਸੰਭਾਲ ਕਰ ਸਕੀਏ, ਕਿਰਤ ਕਰ ਸਕੀਏ। ਅੱਖਾਂ ਮਿਲੀਆਂ ਹਨ ਵੇਖਣ ਦੇ ਲਈ। ਜੀਭ ਮਿਲੀ ਹੈ ਭੋਜਨ ਨੂੰ ਗਲੇ ਦੇ ਅੰਦਰ ਧੱਕਣ ਦੇ ਲਈ ਤੇ ਸਾਨੂੰ ਬੋਲਣ ਦੇ ਵਿੱਚ ਸਹਾਇਤਾ ਕਰਨ ਦੇ ਲਈ। ਭੋਜਨ ਦੀ ਕੀ ਜ਼ਰੂਰਤ ਹੈ? ਭੋਜਨ ਸਾਡੇ ਸਰੀਰ ਨੂੰ ਤਾਕਤ ਦੇਣ ਦੇ ਲਈ ਇੱਕ ਤਰ੍ਹਾਂ ਦੇ ਨਾਲ ਸਾਡੇ ਸਰੀਰ ਦਾ ਈਂਧਨ ਹੈ, ਫਿਊਲ ਹੈ। ਪਰ ਸਾਡੀ ਰਸਨਾ, ਸਾਡੀ ਜੀਭ ਵਿਅਰਥ ਉਦੋਂ ਹੋ ਜਾਂਦੀ ਹੈ ਜਦੋਂ ਇਹ ਵੱਖ-ਵੱਖ ਖਾਣਿਆਂ ਦੇ ਸਵਾਦ 'ਤੇ ਲੱਗ ਜਾਂਦੀ ਹੈ ਤੇ ਸਾਦਗੀ ਨੂੰ ਭੁੱਲ ਜਾਂਦੀ ਹੈ। ਜਦੋਂ ਇਹਨੂੰ ਸਾਦਾ ਭੋਜਨ ਚੰਗਾ ਲੱਗਣੋਂ ਹਟ ਜਾਂਦਾ ਹੈ। ਇਸੇ ਪ੍ਰਕਾਰ ਹੀ ਸਾਡੇ ਕਦਮ ਨੇ, ਸਾਡੇ ਪੈਰ ਨੇ ਜੋ ਸਾਨੂੰ ਚੱਲਣ ਦੇ ਲਈ ਮਿਲੇ ਹਨ, ਚੱਲਣ ਦੇ ਵਿੱਚ ਸਾਡੀ ਸਹਾਇਤਾ ਕਰਦੇ ਹਨ। ਪਰ ਜੇ ਉਹਨਾਂ ਪੈਰਾਂ ਨੂੰ ਅਸੀਂ ਦੂਜਿਆਂ ਦਾ ਨੁਕਸਾਨ ਕਰਨ ਵੱਲ ਮੋੜ ਲਈਏ ਤਾਂ ਉਹ ਵੀ ਵਿਅਰਥ ਹੋ ਜਾਂਦੇ ਨੇ। ਕਹਿਣ ਤੋਂ ਭਾਵ ਕਿ ਇਹ ਸਾਰੇ ਹੀ ਸਰੀਰ ਦੇ ਅੰਗ ਸਾਨੂੰ ਆਪੋ ਆਪਣੇ ਕਾਰਜਾਂ ਦੇ ਲਈ ਮਿਲੇ ਹਨ ਤੇ ਜਦੋਂ ਅਸੀਂ ਇਹਨਾਂ ਨੂੰ ਪਰਾਇਆਂ ਦੇ ਕਾਰਜਾਂ ਲਈ ਵਰਤਣ ਲੱਗ ਜਾਈਏ, ਭਾਵੇਂ ਉਹ ਪਰਾਈ ਨਿੰਦਿਆ ਸੁਣਨਾ ਹੋਵੇ, ਭਾਵੇਂ ਪਰਾਇਆ ਧਨ ਚੁਰਾਉਣਾ ਹੋਵੇ, ਭਾਵੇਂ ਪਰਾਈ ਜਨਾਨੀ ਦਾ ਰੂਪ ਤੱਕਣਾ ਹੋਵੇ, ਪਰਾਏ ਦੇ ਨੁਕਸਾਨ ਲਈ ਦੌੜ ਭੱਜ ਕਰਨੀ ਹੋਵੇ, ਜਦੋਂ ਅਸੀਂ ਇਹਨਾਂ ਨੂੰ ਉਹਨਾਂ ਕਾਰਜਾਂ ਲਈ ਵਰਤਣ ਲੱਗ ਜਾਂਦੇ ਹਾਂ ਤਾਂ ਇਹ ਵਿਅਰਥ ਹੋ ਜਾਂਦੇ ਨੇ। ਸਾਡੇ ਮਨ ਦੇ ਵਿੱਚ ਬਹੁਤ ਜ਼ਿਆਦਾ ਸਟ੍ਰੈਸ, ਬਹੁਤ ਜ਼ਿਆਦਾ ਚਿੰਤਾ ਇਹ ਪੈਦਾ ਕਰਦੇ ਨੇ, ਦੁੱਖ ਵੀ ਪੈਦਾ ਕਰਦੇ ਨੇ, ਬਹੁਤ ਜ਼ਿਆਦਾ ਸਾਨੂੰ ਝੂਰਨ ਲਈ ਵੀ ਮਜਬੂਰ ਕਰ ਦਿੰਦੇ ਨੇ। ਜੇਕਰ ਕੋਈ ਪਰਾਏ ਨੁਕਸਾਨ ਵਾਸਤੇ ਭੱਜ ਦੌੜ ਕਰ ਰਿਹਾ ਹੈ ਕਿ ਕਿਸੇ ਦਾ ਨੁਕਸਾਨ ਹੋ ਜਾਵੇ, ਜਦ ਤੱਕ ਉਹ ਨੁਕਸਾਨ ਨਹੀਂ ਹੁੰਦਾ ਉਦੋਂ ਤੱਕ
ਉਸ ਇਨਸਾਨ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਵਿਆਕੁਲਤਾ ਬਣੀ ਰਹਿੰਦੀ ਹੈ। ਅਤੇ ਜੇ ਇੰਨੀ ਜ਼ਿਆਦਾ ਭੱਜ ਦੌੜ ਕਰਨ ਦੇ ਬਾਵਜੂਦ ਵੀ ਉਹ ਆਪਣੇ ਮਨੋਰਥ ਦੇ ਵਿੱਚ ਸਫਲ ਨਾ ਹੋ ਪਾਏ ਤਾਂ ਉਹ ਬਹੁਤ ਜ਼ਿਆਦਾ ਤਪ ਜਾਂਦਾ ਹੈ, ਫਰਸਟਰੇਟ ਹੋ ਜਾਂਦਾ ਹੈ। ਸੋ ਕੀ ਫਾਇਦਾ ਹੋਇਆ ਆਪਣੇ ਪੈਰਾਂ ਨੂੰ ਜਾਂ ਆਪਣੇ ਸਰੀਰ ਦੇ ਕਿਸੇ ਵੀ ਅੰਗ ਨੂੰ ਐਸੇ ਕਾਰਜ ਦੇ ਵਿੱਚ ਲਾਉਣ ਦਾ ਜਿਹਦੇ ਵਿੱਚੋਂ ਤਪਸ਼ ਉਤਪੰਨ ਹੋਵੇ, ਜਿਹਦੇ 'ਚੋਂ ਫਰਸਟਰੇਸ਼ਨ ਉਤਪੰਨ ਹੋਵੇ। ਇਸੇ ਲਈ ਗੁਰੂ ਜੀ ਕਹਿੰਦੇ ਨੇ ਕਿ ਆਪਣੇ ਸਰੀਰ ਨੂੰ ਪ੍ਰਭੂ ਦੇ ਨਾਮ ਦੇ ਵਿੱਚ ਜੋੜੋ ਤਾਂ ਕਿ ਇਹ ਸਰੀਰ ਸਫਲ ਹੋ ਸਕੇ। ਬਿਰਥੀ ਸਾਕਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ। ਸਾਕਤ ਉਹ ਮਨੁੱਖ ਹੁੰਦਾ ਹੈ ਜੋ ਰੱਬ ਨਾਲੋਂ ਟੁੱਟਿਆ ਹੋਇਆ ਹੋਵੇ। ਤਾਂ ਗੁਰੂ ਜੀ ਕਹਿੰਦੇ ਕਿ ਰੱਬ ਨਾਲੋਂ ਟੁੱਟੇ ਹੋਏ ਮਨੁੱਖ ਦੀ ਆਰਜਾ ਜਾਣੀ ਕਿ ਉਮਰ ਵਿਅਰਥ ਜਾਂਦੀ ਹੈ, ਕਿਉਂਕਿ ਸੱਚੇ ਪ੍ਰਭੂ ਦੇ ਨਾਮ ਤੋਂ ਬਿਨਾਂ ਉਹ ਕਿਵੇਂ ਸੁੱਚਾ ਹੋ ਸਕਦਾ ਹੈ। ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਕੈ ਦੁਰਗੰਧ। ਨਾਮ ਤੋਂ ਬਿਨਾਂ ਅੰਨੇ ਸਾਕਤ ਦਾ ਸਰੀਰ ਹੀ ਵਿਅਰਥ ਹੋ ਜਾਂਦਾ ਹੈ, ਕਿਸੇ ਕੰਮ ਦਾ ਨਹੀਂ ਰਹਿ ਜਾਂਦਾ। ਉਹਦੇ ਮੁਖ ਦੇ ਵਿੱਚੋਂ ਨਿੰਦਾ ਆਦਿਕ ਦੀ ਦੁਰਗੰਧ ਆਉਂਦੀ ਹੈ, ਬਦਬੂ ਆਉਂਦੀ ਹੈ। ਬਿਨ ਸਿਮਰਨ ਦਿਨ ਰੈਨ ਬਿਰਥਾ ਵਿਹਾਏ। ਪ੍ਰਭੂ ਨਾਮ ਦੇ ਸਿਮਰਨ ਤੋਂ ਬਿਨਾਂ ਉਹਦਾ ਦਿਨ ਅਤੇ ਰਾਤ ਵਿਰਥਾ ਹੀ ਬੀਤ ਰਿਹਾ ਹੈ, ਬੇਅਰਥ ਹੀ ਬੀਤ ਰਿਹਾ ਹੈ। ਮੇਘ ਬਿਨਾ ਜਿਉਂ ਖੇਤੀ ਜਾਏ, ਜਿਵੇਂ ਵਰਖਾ ਤੋਂ ਬਿਨਾਂ ਪੈਲੀ ਅਸਫਲ ਹੋ ਜਾਂਦੀ ਹੈ, ਫਸਲ ਅਸਫਲ ਹੋ ਜਾਂਦੀ ਹੈ। ਅੱਜ ਕੱਲ੍ਹ ਤੇ ਚਲੋ ਮੋਟਰਾਂ ਲੱਗ ਗਈਆਂ ਨੇ, ਟਿਊਬਵੈੱਲ ਲੱਗ ਗਏ ਨੇ, ਵਰਖਾ 'ਤੇ ਓਨੀ ਨਿਰਭਰਤਾ ਨਹੀਂ ਰਹੀ ਹੈ। ਪਰ ਉਹਨਾਂ ਸਮਿਆਂ ਦੇ ਵਿੱਚ ਇਹ ਸਭ ਨਹੀਂ ਸੀ। ਸਾਰੀ ਦੀ ਸਾਰੀ ਖੇਤੀ ਵਰਖਾ 'ਤੇ ਹੀ ਨਿਰਭਰ ਕਰਦੀ ਸੀ। ਗੋਬਿੰਦ ਭਜਨ ਬਿਨ ਵਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰਥ ਦਾਮ। ਬੜੀ ਵਧੀਆ ਉਦਾਹਰਨ ਹੈ। ਕਿਰਪਨ ਹੁੰਦਾ ਹੈ ਕੰਜੂਸ, ਦਾਮ ਤੋਂ ਭਾਵ ਪੈਸਾ। ਕੰਜੂਸ ਦੇ ਕੋਲ ਪੈਸਾ ਤੇ ਬਹੁਤ ਹੁੰਦਾ ਹੈ, ਪਰ ਆਪਣੀ ਕੰਜੂਸੀ ਦੇ ਕਰਕੇ ਉਸ ਪੈਸੇ ਨੂੰ ਉਹ ਆਪਣੇ ਲਈ ਵੀ ਵਰਤ ਨਹੀਂ ਪਾਉਂਦਾ, ਇਕੱਠਾ ਹੀ ਕਰ ਰਿਹਾ ਹੁੰਦਾ ਹੈ। ਉਹਦਾ ਪੈਸਾ ਉਹਦੇ ਕੰਮ ਨਹੀਂ ਆਉਂਦਾ। ਸੋ ਉਸੇ ਪ੍ਰਕਾਰ ਹੀ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਕਿਰਤ ਬਹੁਤ ਕਰਦਾ ਹੈ, ਬਹੁਤ ਕੰਮ ਕਰਦਾ ਹੈ, ਬਹੁਤ ਦੌੜ ਭੱਜ ਕਰਦਾ ਹੈ, ਪਰ ਸਾਰੀ ਹੀ ਦੌੜ ਭੱਜ ਉਹਦੇ ਕੰਮ ਨਹੀਂ ਆਉਂਦੀ। ਕੰਮ ਆਉਣ ਤੋਂ ਭਾਵ ਕਿ ਉਹਦੇ ਮਨ ਨੂੰ ਤਸੱਲੀ ਨਹੀਂ ਪ੍ਰਦਾਨ ਕਰਦੀ, ਸ਼ਾਂਤੀ ਨਹੀਂ ਪ੍ਰਦਾਨ ਕਰਦੀ। ਖੁਸ਼ੀ ਦੇ ਲਈ, ਸ਼ਾਂਤੀ ਹਾਸਲ ਕਰਨ ਦੇ ਲਈ ਹੀ ਮਨੁੱਖ ਕੰਮ ਕਰਦਾ ਹੈ, ਪਰ ਕੰਮ ਕਰਨ ਦੇ ਬਾਵਜੂਦ ਉਹ ਖੁਸ਼ੀ, ਤਸੱਲੀ, ਤ੍ਰਿਪਤੀ ਹਾਸਲ ਨਹੀਂ ਕਰ ਪਾਉਂਦਾ, ਤਾਂ ਉਹਦਾ ਕੀਤਾ ਹੋਇਆ ਕੰਮ, ਉਹਦੀ ਕੀਤੀ ਹੋਈ ਦੌੜ ਭੱਜ ਵਿਅਰਥ ਹੀ ਜਾਂਦੀ ਹੈ। ਉੱਥੇ ਹੀ ਜੇਕਰ ਉਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਆਪਣਾ ਮਨ ਜੋੜ ਲਵੇ ਤਾਂ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ। ਧੰਨ ਧੰਨ ਤੇ ਜਨ ਜਿਹ ਘਟ ਵਸਿਓ ਹਰ ਨਾਮ। ਗੁਰੂ ਜੀ ਕਹਿੰਦੇ ਕਿ ਉਹ ਮਨੁੱਖ ਮੁਬਾਰਕ ਹਨ, ਧੰਨਵਾਦ ਦੇ ਪਾਤਰ ਹਨ, ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਿਆ ਹੋਇਆ ਹੈ। ਨਾਨਕ ਤਾਕੈ ਬਲ ਬਲ ਜਾਓ। ਨਾਨਕ ਅਜਿਹੇ ਮਨੁੱਖਾਂ ਤੋਂ ਸਦਕੇ ਜਾਂਦਾ ਹੈ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਸਾਡੀ ਇਹ ਇੱਛਾ ਹੋਏਗੀ ਕਿ ਇਹ ਪੰਕਤੀਆਂ ਦੀ ਵਿਆਖਿਆ ਹਰ ਉਸ ਇਨਸਾਨ ਤੱਕ ਪਹੁੰਚਣੀ ਚਾਹੀਦੀ ਹੈ ਜਿਸ ਨੇ ਆਪਣਾ ਬਾਹਰੀ ਭੇਖ ਧਾਰਮਿਕ ਬਣਾਇਆ ਹੋਇਆ ਹੈ। ਬੇਸ਼ੱਕ ਕੋਈ ਅੰਮ੍ਰਿਤਧਾਰੀ ਮਨੁੱਖ ਹੋਵੇ, ਅੰਮ੍ਰਿਤਧਾਰੀ ਸਿੱਖ ਹੋਵੇ, ਬੇਸ਼ੱਕ ਕੋਈ ਜਨੇਊ ਪਹਿਨਿਆ ਹੋਇਆ ਪੰਡਤ ਹੋਵੇ, ਬੇਸ਼ੱਕ ਮੁੱਛਾਂ ਕੱਟ ਕੇ ਦਾੜ੍ਹੀ ਰੱਖ ਕੇ ਇਸਲਾਮਿਕ ਦਿੱਖ ਤਿਆਰ ਕੀਤੀ ਹੋਇਆ ਮੁਸਲਮਾਨ ਹੋਵੇ, ਉਹਨਾਂ ਸਭ ਤੱਕ ਇਸ ਪੰਕਤੀ ਦੀ ਵਿਆਖਿਆ ਪਹੁੰਚਣੀ ਬਹੁਤ ਜ਼ਰੂਰੀ ਹੈ, ਖਾਸ ਕਰਕੇ ਅੱਜ ਦੇ ਸਮੇਂ ਵਿੱਚ। ਅਰਥ ਕੀ ਹਨ ਕਿ ਰਹਿਤ ਅਵਰ ਕਛ ਅਵਰ ਕਮਾਵਤ। ਰਹਿਤ ਤੋਂ ਭਾਵ ਧਰਮ ਦੇ ਬਾਹਰਲੇ ਚਿੰਨ੍ਹ। ਗੁਰੂ ਜੀ ਕਹਿੰਦੇ ਕਿ ਧਰਮ ਦੇ ਬਾਹਰਲੇ ਚਿੰਨ੍ਹ ਜੋ ਮਨੁੱਖ ਨੇ ਧਾਰੇ ਹੋਏ ਨੇ ਉਹ ਹੋਰ ਨੇ।
ਅੰਦਰ ਜ਼ਿੰਦਗੀ ਕੁਝ ਹੋਰ ਹੈ। ਉਹ ਦਿਖਾਉਂਦਾ ਕੁਝ ਹੋਰ ਹੈ, ਕਮਾਉਂਦਾ ਕੁਝ ਹੋਰ ਹੈ। ਮਨ ਨਹੀਂ ਪ੍ਰੀਤ, ਮੁੱਖੋਂ ਗੰਢ ਲਾਵਤ। ਮਨ ਦੇ ਵਿੱਚ ਪ੍ਰਮਾਤਮਾ ਦੇ ਨਾਲ ਪਿਆਰ ਨਹੀਂ, ਮੂੰਹ ਦੀਆਂ ਗੱਲਾਂ ਨਾਲ ਘਰ ਪੂਰਾ ਕਰਦਾ ਹੈ। ਜੇਕਰ ਅਸੀਂ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਗੱਲ ਕਰੀਏ, ਅੱਲਾਹ ਅੱਲਾਹ ਅੱਲਾਹੂ ਅਕਬਰ ਕਹਿਣ ਦੀ ਗੱਲ ਕਰੀਏ, ਜਾਂ ਰਾਮ ਰਾਮ ਕਹਿਣ ਦੀ ਗੱਲ ਕਰੀਏ, ਜਾਂ ਆਈ ਲਵ ਗੋਡ ਕਹੀਏ, ਆਪੋ ਆਪਣੀਆਂ ਭਾਸ਼ਾਵਾਂ ਦੇ ਵਿੱਚ ਇਹ ਲਿਖੇ ਗਏ ਸ਼ਬਦ ਨੇ। ਇਹਨਾਂ ਸ਼ਬਦਾਂ ਨੂੰ ਉਹ ਭਾਸ਼ਾ ਬੋਲਣ ਵਾਲਾ ਕੋਈ ਵੀ ਮਨੁੱਖ ਬੋਲ ਸਕਦਾ ਹੈ। ਇੱਥੋਂ ਤੱਕ ਕਿ ਜੇਕਰ ਅਸੀਂ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਕਹੀਏ ਕਿ ਵਾਹਿਗੁਰੂ ਕਹੋ, ਉਹ ਵੀ ਕਹਿ ਲੈਣਗੇ, ਪਰ ਉਹਨਾਂ ਨੂੰ ਉਹਦੇ ਪਿੱਛੇ ਦੇ ਅਰਥ ਨਹੀਂ ਪਤਾ, ਕਹਿ ਜ਼ਰੂਰ ਲੈਣਗੇ। ਤੇ ਜੇਕਰ ਅਸੀਂ ਉਹਨਾਂ ਨੂੰ ਕਹਿ ਦਈਏ ਕਿ ਇਸ ਨੂੰ ਇੰਨੇ ਵਾਰ ਦੁਹਰਾਓ, ਉਹ ਦੁਹਰਾ ਵੀ ਲੈਣਗੇ। ਪਰ ਕੀ ਉਹਨਾਂ ਦੇ ਮਨ ਦੇ ਵਿੱਚ ਉਸ ਪਰਮਾਤਮਾ ਦੇ ਨਾਲ ਪ੍ਰੀਤ ਜੁੜੀ ਹੋਈ ਹੋਵੇਗੀ? ਉੱਤਰ ਹੋਏਗਾ ਕਿ ਨਹੀਂ। ਜਦੋਂ ਤੱਕ ਉਹਨਾਂ ਨੂੰ ਉਸ ਸ਼ਬਦ ਦੇ ਅਰਥ ਹੀ ਨਹੀਂ ਪਤਾ, ਤਾਂ ਪਰਮਾਤਮਾ ਦੇ ਨਾਲ ਪ੍ਰੀਤ ਕਿਵੇਂ ਜੁੜ ਸਕਦੀ ਹੈ? ਤੇ ਇਹੀ ਗੱਲ ਗੁਰੂ ਜੀ ਕਰ ਰਹੇ ਨੇ ਕਿ ਮਨ ਨਹੀਂ ਪ੍ਰੀਤ, ਮੁੱਖੋਂ ਗੰਢ ਲਾਵਤ। ਮੂੰਹ ਦੀਆਂ ਗੱਲਾਂ ਨਾਲ ਘਰ ਪੂਰਾ ਕਰ ਰਿਹਾ ਹੈ, ਮਨ ਦੇ ਵਿੱਚ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਹੈ। ਆਪੋ ਆਪਣੇ ਮੰਤਰ ਜੋ ਬਣਾਏ ਹੋਏ ਨੇ, ਵੱਖ-ਵੱਖ ਧਰਮਾਂ ਨੇ, ਉਹਨਾਂ ਧਰਮਾਂ ਨੂੰ ਮੰਨਣ ਵਾਲੇ ਲੋਕ ਉਹਨਾਂ ਮੰਤਰਾਂ ਦਾ ਹੀ ਜਾਪ ਕਰੀ ਜਾ ਰਹੇ ਨੇ। ਮੁੱਖ ਦੇ ਨਾਲ ਉਹਨਾਂ ਮੰਤਰਾਂ ਦਾ ਜਾਪ ਕਰਦੇ ਪਏ ਨੇ, ਮਨ ਦੇ ਵਿੱਚ ਦੁਨਿਆਵੀ ਜੀਵਨ ਦੀਆਂ ਪਤਾ ਨਹੀਂ ਕਿੰਨੀਆਂ ਕੁ ਗੱਲਾਂ ਚੱਲਦੀਆਂ ਪਈਆਂ ਨੇ। ਸਿੱਖ ਧਰਮ ਦੀ ਜੇਕਰ ਗੱਲ ਕਰੀਏ ਤਾਂ ਲੋਕ ਪਾਠ ਕਰਦੇ ਹਨ, ਨਿਯਮਤ ਤੌਰ 'ਤੇ ਕਰਦੇ ਹਨ। ਉਹ ਕਰਦੇ ਸਮੇਂ ਵੀ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਹੁੰਦਾ ਹੈ। ਪਾਠ ਕਰਦੇ ਸਮੇਂ ਉਹ ਪਰਮਾਤਮਾ ਬਾਰੇ ਨਹੀਂ ਸੋਚ ਰਹੇ ਹੁੰਦੇ। ਇੱਕ ਦਿਨ ਇੱਦਾਂ ਹੀ YouTube 'ਤੇ ਸਰਚ ਕਰਦੇ ਪਏ ਸੀ ਸੁਖਮਨੀ ਸਾਹਿਬ ਜੀ, ਤੇ ਜਦੋਂ ਅਸੀਂ ਸਰਚ ਬਾਰ ਦੇ ਵਿੱਚ ਕੁਝ ਭਰਦੇ ਹਾਂ ਤਾਂ ਨੀਚੇ ਸੁਝਾਅ ਆ ਜਾਂਦੇ ਨੇ ਕਿ ਇਹਨਾਂ ਦੇ ਵਿੱਚੋਂ ਵੀ ਤੁਸੀਂ ਕੋਈ ਚੀਜ਼, ਕੋਈ ਸਰਚ ਜੋ ਹੈ ਚੁਣ ਸਕਦੇ ਹੋ। ਤੇ ਉਹਨਾਂ ਦੇ ਵਿੱਚੋਂ ਇੱਕ ਸੀ ਸੁਖਮਨੀ ਸਾਹਿਬ ਫਾਸਟ, ਭਾਵ ਕਿ ਤੇਜ। ਮੈਨੂੰ ਬੜੀ ਹੈਰਾਨੀ ਹੋਈ ਕਿ ਇਹ ਜੋ ਵੀ ਮਨੁੱਖ ਇਹ ਲੱਭ ਰਹੇ ਨੇ ਕਿ ਸੁਖਮਨੀ ਸਾਹਿਬ ਦਾ ਪਾਠ ਤੇਜ਼ੀ ਦੇ ਨਾਲ, ਜੇ ਆਮ ਤੌਰ 'ਤੇ ਸੁਖਮਨੀ ਸਾਹਿਬ ਦਾ ਪਾਠ ਕਰਨ ਦੇ ਵਿੱਚ 2 ਘੰਟੇ ਲੱਗਦੇ ਨੇ, ਤਾਂ ਸ਼ਾਇਦ ਇਹ ਮਨੁੱਖ ਚਾਹੁੰਦੇ ਨੇ ਕਿ ਉਹ ਤੇਜ਼ੀ ਦੇ ਨਾਲ ਪੜ੍ਹਿਆ ਹੋਵੇ ਤੇ ਘੰਟੇ ਕੁ ਦੇ ਵਿੱਚ ਹੀ ਸਮਾਪਤੀ ਹੋ ਜਾਏ। ਜੇਕਰ ਇਹਨੂੰ ਅਸੀਂ ਬੁੱਤਾ ਸਾਰਨਾ ਨਹੀਂ ਕਹਾਂਗੇ ਤਾਂ ਕੀ ਕਹਾਂਗੇ? ਉਹ ਮਨੁੱਖ ਸਿਰਫ ਬਾਣੀ ਨੂੰ ਸੁਣ ਲੈਣਾ ਚਾਹੁੰਦਾ ਹੈ, ਛੇਤੀ, ਉਹਨੂੰ ਸਮਝਣਾ ਨਹੀਂ ਚਾਹ ਰਿਹਾ। ਉਹਨੂੰ ਸੁਣਦੇ ਸਮੇਂ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਜੋੜਨੀ ਚਾਹ ਰਿਹਾ, ਸਿਰਫ ਮੁੱਖੋਂ ਗੰਢ ਲਾ ਰਿਹਾ ਹੈ। ਸੋ ਜਦੋਂ ਵੀ ਤੁਸੀਂ ਪਾਠ ਕਰੋ, ਅਰਥਾਂ ਸਮੇਤ ਕਰੋ। 2 ਘੰਟਿਆਂ ਦੀ ਥਾਂ ਤੇ 4 ਲਾ ਲਵੋ। ਇਕੱਠੇ ਨਹੀਂ ਲਾ ਸਕਦੇ, ਅੱਧਾ ਘੰਟਾ ਕਰਕੇ ਲਾ ਲਵੋ, ਪਰ ਅਰਥਾਂ ਸਮੇਤ ਪੜੋ, ਤਾਂ ਕਿ ਜੋ ਬਾਣੀ ਦਾ ਅਸਲ ਮੰਤਵ ਹੈ ਉਹ ਸਾਨੂੰ ਸਮਝ ਤੇ ਆਵੇ। ਉਹਨੂੰ ਪੜ੍ਹਦੇ ਹੋਏ ਅਸੀਂ ਅਸਲ ਦੇ ਵਿੱਚ ਪਰਮਾਤਮਾ ਦੇ ਬਾਰੇ 'ਚ ਸੋਚੀਏ ਤੇ ਸਹੀ। ਜਦੋਂ ਅਰਥਾਂ ਸਮੇਤ ਪੜ੍ਹੋਗੇ, ਸਮਝਣ ਦੀ ਕੋਸ਼ਿਸ਼ ਕਰੋਗੇ, ਤਾਂ ਦਿਮਾਗ ਉਸੇ ਨੂੰ ਹੀ ਸਮਝਣ ਦੇ ਵਿੱਚ ਧਿਆਨ ਲਗਾਏਗਾ, ਉਦੋਂ ਹੋਰ ਪਾਸੇ ਨਹੀਂ ਭਟਕੇਗਾ। ਸੋ ਅੱਗੇ ਚੱਲਦੇ ਹਾਂ। ਜਾਨਨ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨਾ ਕਾਹੂ ਭੀਨ। ਤੁਸੀਂ ਬਾਹਰੀ ਭੇਖ ਰਚ ਕੇ ਦੂਜੇ ਮਨੁੱਖਾਂ ਨੂੰ ਧੋਖੇ ਦੇ ਵਿੱਚ ਰੱਖ ਸਕਦੇ ਹੋ, ਉਸ ਪਰਮਾਤਮਾ ਨੂੰ ਨਹੀਂ। ਉਹ ਪਰਮਾਤਮਾ ਸਭਨਾਂ ਦੇ ਦਿਲਾਂ ਦੀਆਂ ਜਾਣਨ ਵਾਲਾ ਸਿਆਣਾ ਹੈ। ਬਾਹਰਲੇ ਭੇਖ ਨਾਲ ਉਹ ਕਦੇ ਪ੍ਰਸੰਨ ਨਹੀਂ ਹੋਇਆ। ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜੋ ਮਨੁੱਖ ਹੋਰਨਾਂ ਨੂੰ ਮੱਤਾਂ ਦਿੰਦਾ ਹੈ ਪਰ ਖੁਦ ਉਹਨਾਂ 'ਤੇ ਅਮਲ ਨਹੀਂ ਕਰਦਾ, ਦੂਜਿਆਂ ਨੂੰ ਉਪਦੇਸ਼ ਕਰਦਾ ਹੈ, ਖੁਦ ਅਮਲ ਨਹੀਂ ਕਰਦਾ, ਉਹ ਜਨਮ ਮਰਨ ਦੇ ਗੇੜ ਵਿੱਚ
ਪਿਆ ਰਹਿੰਦਾ ਹੈ, ਉਹਦੀ ਜ਼ਿੰਦਗੀ ਦੋਹਰੀ ਹੋ ਜਾਂਦੀ ਹੈ, ਦੋਗਲੀ ਹੋ ਜਾਂਦੀ ਹੈ। ਉਸ ਦੋਹਰੀ ਜ਼ਿੰਦਗੀ ਨੂੰ ਬਣਾਈ ਰੱਖਣਾ ਉਹਦੇ ਲਈ ਬਹੁਤ ਕਠਿਨ ਹੋ ਜਾਂਦਾ ਹੈ। ਉਹਨੂੰ ਪਲ ਪਲ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਉਹ ਕਿਹੜੀ ਸੈਟਿੰਗ ਦੇ ਵਿੱਚ ਹੈ, ਕਿਹੜੇ ਹਾਲਾਤ ਦੇ ਵਿੱਚ ਹੈ, ਅਤੇ ਉੱਥੇ ਉਹਨੇ ਕਿਹੜੀ ਜ਼ਿੰਦਗੀ ਆਪਦੀ ਦਿਖਾਉਣੀ ਹੈ। ਅਤੇ ਇਸ ਸਭ ਦਾ ਉਹਦੇ ਮਨ 'ਤੇ ਬਹੁਤ ਹੀ ਨਾਪੱਖੀ ਪ੍ਰਭਾਵ ਹੁੰਦਾ ਹੈ। ਮਨ ਦੇ ਵਿੱਚ ਵਿਆਕੁਲਤਾ ਵੀ ਬਣੀ ਰਹਿੰਦੀ ਹੈ, ਟੈਨਸ਼ਨ ਵੀ ਬਣੀ ਰਹਿੰਦੀ ਹੈ ਕਿ ਕਿਤੇ ਇੱਕ ਥਾਂ 'ਤੇ ਦੂਜੇ ਵਾਲਾ ਭੇਖ ਨਾ ਲੈ ਕੇ ਚੱਲ ਜਾਵਾਂ। ਜਿਸ ਕਾ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਜਿਹੜੇ ਮਨੁੱਖ ਦੇ ਹਿਰਦੇ ਵਿੱਚ ਨਿਰੰਕਾਰ ਵਸਦਾ ਹੈ, ਪਰਮਾਤਮਾ ਵਸਦਾ ਹੈ, ਉਹਦੀ ਸਿੱਖਿਆ ਦੇ ਨਾਲ ਜਗਤ ਵਿਕਾਰਾਂ ਤੋਂ ਬਚ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਬਹੁਤ ਵੱਡੀ ਉਦਾਹਰਨ ਹਨ ਇਸ ਪੰਕਤੀ ਦੀ, ਜਿਨ੍ਹਾਂ ਦੇ ਅੰਦਰ ਵਾਕਈ ਨਿਰੰਕਾਰ ਵਸਦੇ ਸਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਸੰਸਾਰ ਨੂੰ ਤਾਰਨ ਦੀ ਸਮਰੱਥਾ ਰੱਖਦੀਆਂ ਨੇ, ਜੇ ਸੰਸਾਰ ਉਹਨਾਂ ਨੂੰ ਪੜ੍ਹੇ, ਸਮਝੇ ਅਤੇ ਉਹਨਾਂ 'ਤੇ ਅਮਲ ਕਰੇ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪੁਰਾਤਾ। ਹੇ ਪ੍ਰਮਾਤਮਾ, ਜਿਹੜੇ ਭਗਤ ਤੈਨੂੰ ਪਿਆਰੇ ਲੱਗਦੇ ਨੇ ਉਹੀ ਤੈਨੂੰ ਪਛਾਣਦੇ ਨੇ, ਅਤੇ ਨਾਨਕ ਉਹਨਾਂ ਭਗਤਾਂ ਦੇ ਚਰਨਾਂ 'ਤੇ ਪੈਂਦਾ ਹੈ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੈ ਮਾਨੈ। ਮਨੁੱਖ ਉਸ ਪ੍ਰਮਾਤਮਾ ਦੇ ਅੱਗੇ ਜੋ ਜੋ ਵੀ ਬੇਨਤੀ ਕਰਦਾ ਹੈ, ਉਹ ਪ੍ਰਮਾਤਮਾ ਸਭ ਜਾਣਦਾ ਹੈ। ਇਹ ਜੀਵ ਉਹਨੇ ਹੀ ਪੈਦਾ ਕੀਤਾ ਹੈ ਅਤੇ ਆਪਣੇ ਪੈਦਾ ਕੀਤੇ ਹੋਏ ਜੀਵ ਨੂੰ ਉਹ ਪ੍ਰਮਾਤਮਾ ਖੁਦ ਹੀ ਮਾਣ ਬਖਸ਼ਦਾ ਹੈ। ਆਪਣਾ ਕੀਆ ਆਪੈ ਮਾਨੈ। ਆਪੈ ਆਪ ਆਪ ਕਰਤ ਨਿਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ। ਜੀਵ ਜੋ ਵੀ ਕਰਮ ਕਰਦਾ ਹੈ, ਉਹਨਾਂ ਦੇ ਅਨੁਸਾਰ ਪ੍ਰਮਾਤਮਾ ਖੁਦ ਹੀ ਨਿਖੇੜਾ ਕਰਦਾ ਹੈ। ਕਿਸੇ ਨੂੰ ਤੇ ਇਹ ਬੁੱਧੀ ਬਖਸ਼ ਦਿੰਦਾ ਹੈ ਕਿ ਪ੍ਰਭੂ ਸਾਡੇ ਨੇੜੇ ਵਸਦਾ ਹੈ, ਅਤੇ ਕਿਸੇ ਨੂੰ ਇਹ ਜਣਾਉਂਦਾ ਹੈ ਕਿ ਪ੍ਰਭੂ ਕਿਤੇ ਦੂਰ ਵਸਦਾ ਹੈ। ਉਪਾਵ ਸਿਆਣਪ ਸਗਲ ਤੇ ਰਹਿਤ। ਉਹ ਜੋ ਪ੍ਰਮਾਤਮਾ ਹੈ, ਸਾਡੇ ਸਾਰੇ ਹੀ ਹੀਲਿਆਂ ਅਤੇ ਸਿਆਣਪਾਂ ਤੋਂ ਰਹਿਤ ਹੈ। ਭਾਵ ਕਿ ਅਸੀਂ ਜੋ ਚਤੁਰਾਈਆਂ ਵਰਤਦੇ ਹਾਂ, ਜੋ ਢੰਗ ਤਰੀਕੇ ਵਰਤਦੇ ਹਾਂ, ਜਿਨ੍ਹਾਂ ਦੇ ਨਾਲ ਉਸ ਪ੍ਰਮਾਤਮਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਸਭ ਦਾ ਉਸ ਪ੍ਰਮਾਤਮਾ 'ਤੇ ਕੋਈ ਅਸਰ ਨਹੀਂ ਹੁੰਦਾ। ਸਭ ਕੁਛ ਜਾਣੈ ਆਤਮ ਕੀ ਰਹਿਤ, ਕਿਉਂਕਿ ਉਹ ਪ੍ਰਮਾਤਮਾ ਸਾਡੀ ਆਤਮਾ ਦੀ ਰਹਿਣੀ ਨੂੰ ਜਾਣਦਾ ਹੈ। ਅਸੀਂ ਬਾਹਰੋਂ ਕੀ ਕਰਦੇ ਹਾਂ ਉਹਦਾ ਉਹਦੇ 'ਤੇ ਕੋਈ ਅਸਰ ਨਹੀਂ ਹੁੰਦਾ। ਅਸੀਂ ਅੰਦਰ ਕੀ ਮਹਿਸੂਸ ਕਰਦੇ ਹਾਂ, ਇਹ ਗੱਲ ਉਹ ਭਲੀ ਭਾਂਤ ਜਾਣਦਾ ਹੈ। ਜਿਸ ਭਾਵੈ ਤਿਸ ਲਏ ਲੜ ਲਾਏ, ਥਾਨ ਥਨੰਤਰ ਰਹਿਆ ਸਮਾਏ। ਉਹ ਪ੍ਰਮਾਤਮਾ ਜੋ ਹਰ ਥਾਂ ਮੌਜੂਦ ਹੈ, ਜੋ ਵੀ ਜੀਵ ਉਹਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਸੇ ਨੂੰ ਹੀ ਉਹ ਆਪਣੇ ਲੜ ਲਗਾ ਲੈਂਦਾ ਹੈ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ। ਉਸ ਪ੍ਰਮਾਤਮਾ ਦਾ ਅਸਲੀ ਸੇਵਕ ਉਹੀ ਹੈ ਜਿਸ ਦੇ ਉੱਤੇ ਉਹ ਪ੍ਰਭੂ ਖੁਦ ਮਿਹਰਬਾਨ ਹੁੰਦਾ ਹੈ, ਜਿਸ 'ਤੇ ਉਹ ਖੁਦ ਕਿਰਪਾ ਕਰਦਾ ਹੈ। ਇਸ ਲਈ ਹੇ ਨਾਨਕ, ਐਸੇ ਪ੍ਰਭੂ ਨੂੰ ਦਮ ਬਦਮ ਯਾਦ ਕਰ, ਭਾਵ ਕਿ ਪਲ ਪਲ ਯਾਦ ਕਰ। ਸੋ ਇਹ ਸੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਪੰਜਵੀਂ ਅਸ਼ਟਪਦੀ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 268 ਅਤੇ 69ਵੇਂ ਅੰਗ 'ਤੇ ਵਿਰਾਜਮਾਨ ਹੈ। ਅਸ਼ਟਪਦੀ ਦੀਆਂ ਪਹਿਲੀਆਂ ਦੋ ਪਦੀਆਂ ਦੇ ਵਿੱਚ ਗੁਰੂ ਜੀ ਉਸ ਕਨਸੈਪਟ ਦੀ ਗੱਲ ਕਰਦੇ ਹਨ ਕਿ ਉਸ ਪਰਮਾਤਮਾ ਨੇ ਸਾਨੂੰ ਬਹੁਤ ਕੁਝ ਬਖਸ਼ਿਆ ਹੋਇਆ ਹੈ, ਅਤੇ ਕਿਸ ਪ੍ਰਕਾਰ ਜੀਵ ਨਾ ਸ਼ੁਕਰਾ ਹੈ, ਅਹਿਸਾਨ ਫਰਾਮੋਸ਼ ਹੈ। ਸਭ ਕੁਝ ਦਿੱਤਾ ਹੋਇਆ ਹੈ, ਜੇ ਇੱਕ ਅੱਧ ਚੀਜ਼ ਨਾ ਮਿਲੇ ਤੇ ਇਸ ਗੱਲ ਦਾ ਜੀਵ ਰੋਸ ਕਰਨ ਲੱਗਦਾ ਹੈ। ਤੇ ਨਾਲ ਹੀ ਸਾਨੂੰ ਇੱਕ ਬੜੀ ਹੀ ਵਡਮੁੱਲੀ ਤੇ ਅਨਮੋਲ ਸਿੱਖਿਆ ਗੁਰੂ ਜੀ ਨੇ ਦਿੱਤੀ ਹੈ ਕਿ ਆਪਣੀਆਂ ਬਖਸ਼ੀਆਂ ਹੋਈਆਂ ਅਮਾਨਤਾਂ ਦੇ ਵਿੱਚੋਂ ਜੇਕਰ ਉਹ ਪ੍ਰਮਾਤਮਾ ਸਾਡੇ ਤੋਂ ਕੁਝ ਵਾਪਸ ਲੈ ਲਵੇ ਤਾਂ ਉਹਦੀ ਆਗਿਆ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦਾ ਹੈ। ਪ੍ਰਭ ਕੀ ਆਗਿਆ ਮਾਨੈ ਮੱਥ। ਉਸ ਗੱਲ ਦਾ ਦੁੱਖ ਨਹੀਂ ਕਰਨਾ ਚਾਹੀਦਾ, ਰੋਸ ਨਹੀਂ ਕਰਨਾ ਚਾਹੀਦਾ। ਉਸ ਤੋਂ ਬਾਅਦ
ਮਾਇਆ ਦੀ ਗੱਲ ਹੋਈ ਹੈ ਕਿ ਕਿਸ ਪ੍ਰਕਾਰ ਜੋ ਕੁਝ ਵੀ ਸਾਨੂੰ ਆਪਣੀਆਂ ਅੱਖਾਂ ਦੇ ਨਾਲ ਨਜ਼ਰ ਹੀ ਆਉਂਦਾ ਹੈ ਉਹ ਸਭ ਹੀ ਨਾਸ਼ਵੰਤ ਹੈ। ਉਹ 'ਚੋਂ ਕੁਝ ਵੀ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ। ਬੇਸ਼ੱਕ ਉਹ ਧਨ ਦੌਲਤ ਹੋਵੇ, ਸੰਪत्ति ਹੋਵੇ, ਸੁੰਦਰਤਾ ਹੋਵੇ, ਜੋਬਨ ਹੋਵੇ, ਇਹ ਸਭ ਕੁਝ ਹੀ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਹੈ। ਤੇ ਇੱਕ ਹੋਰ ਬੜੀ ਮਹੱਤਵਪੂਰਨ ਗੱਲ ਜੋ ਗੁਰੂ ਜੀ ਨੇ ਕੀਤੀ ਹੈ ਉਹ ਹੈ ਕਿ ਰਹਿਤ ਅਵਰ ਕਛ ਅਬਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਇਹਨਾਂ ਪੰਕਤੀਆਂ ਦੇ ਵਿੱਚ ਉਹਨਾਂ ਮਨੁੱਖਾਂ ਦੀ ਗੱਲ ਹੋਈ ਹੈ ਜੋ ਬਾਹਰੋਂ ਧਾਰਮਿਕ ਚਿੰਨ੍ਹ ਧਾਰਨ ਕਰਕੇ ਰੱਖਦੇ ਹਨ, ਆਪਣੇ ਮੁਖ ਦੇ ਨਾਲ ਉਸ ਪਰਮਾਤਮਾ ਦੀ ਤਾਰੀਫ ਕਰਦੇ ਵੀ ਹਨ, ਪਰ ਆਪਣੇ ਧੁਰ ਅੰਦਰ ਉਸ ਪਰਮਾਤਮਾ ਨਾਲੋਂ ਟੁੱਟੇ ਹੋਏ ਹਨ। ਸੋ ਅੱਜ ਦੀ ਵੀਡੀਓ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ। ਵੀਡੀਓ ਨੂੰ ਅੰਤ ਤੱਕ ਵੇਖਣ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।